ਤੇ ਅੱਜ ਜਦੋਂ ਉਹਨਾਂ ਨੂੰ ਕਹੋਗੇ 10 ਮਰੀਜ਼ ਨੇ ਪਰ ਸਾਨੂੰ ਖਤਰਾ, ਡਾਕਟਰ ਕੋਲ ਨਹੀਂ ਜਾਣਾ, ਅਸੀਂ ਲੈ ਕੇ ਆਉਣ ਲੱਗੇ ਆ, ਉਹਨਾਂ ਨੇ ਅੰਦਰ ਨਹੀਂ ਵੜਨ ਦੇਣਾ, ਦਰਵਾਜ਼ੇ ਬੰਦ ਕਰ ਦੇਣਗੇ। ਉਦਣ ਰਾਹ ਜੇ ਖੁੱਲ੍ਹਾ ਤੇ ਗਿਆਨ ਦੇ ਵਿੱਚੋਂ ਨਿਕਲੇ ਵਿਗਿਆਨ ਦਾ, ਜਿਹਨੂੰ ਮੇਰਾ ਬਾਬਾ ਗਿਆਨ ਨੂੰ ਗੁਰੂ ਕਹਿੰਦਾ। ਮਹਾਰਾਜ ਨੇ ਕਿਹਾ ਸੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਉਹ ਸਾਰਿਆਂ 'ਚ ਸਮਾਇਆ ਹੋਇਆ ਸੱਚਾ ਗਿਆਨ ਹੈ, ਸੱਚਾ ਗਿਆਨ ਹੈ, ਬਹੁਤ ਵੱਡਾ ਹੈ। ਨਿਤ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜਿੰਨੀਆਂ ਡਾਕਟਰਾਂ ਦੀਆਂ ਖੋਜਾਂ ਹੋਈਆਂ ਨੇ, ਇਹਨੂੰ ਖੋਲ ਕੇ ਹੋਈਆਂ ਨੇ, ਵਰਤ ਕੇ ਹੋਈਆਂ ਨੇ, ਨਿਯਮਾਂ ਨੂੰ ਸਮਝ ਕੇ, ਬੋਡੀ ਦੇ ਨਿਯਮ ਨੂੰ ਸਮਝੋ। ਕੁਦਰਤੀ ਨਿਯਮ ਜਿਹੜਾ ਨਿਰਗੁਣ ਹੈ, ਦਿਸਦਾ ਨਹੀਂ ਜਿਹੜਾ, ਉਹ ਨਿਯਮ ਨੂੰ ਸਮਝੋ। ਬੋਡੀ ਦੇ ਵਿੱਚ ਨਿਯਮ ਕਿਵੇਂ ਕੰਮ ਕਰਦਾ ਹੈ। ਮੈਨੂੰ ਤੂੰ ਸਬੂਤ ਲਿਆ ਕੇ ਦੇ ਕਿ ਕਿਸ ਜਗ੍ਹਾ ਮੈਂ ਇਹ ਗੱਲ ਕਿਹਾ ਕਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨਹੀਂ। परसों चौथे आप शनिवार ऐतवार गल की सी, पिछले ऐतवार भी गुरु लगदा ज्ञान नाल, ग्रंथ जरिया है, फोन जरिया है, इंटरनेट जरिया है, गुरु है ज्ञान। ਮੈਨੂੰ ਤੂੰ ਸਬੂਤ ਲਿਆ ਕੇ ਦੇ। ਜੇ ਊਲ ਜਲੂਲ ਫਿਜ਼ੂਲ ਦੀਆਂ ਗੱਲਾਂ ਹੀ ਗਿਆਨ ਹੋਣ ਦੀ ਨਾ, ਸੱਚਾ ਗਿਆਨ ਜਿਹਨੂੰ ਗੁਰੂ ਸਾਹਿਬ ਜੀ ਗੱਲ ਕਰ ਰਹੇ ਨੇ, ਤਾਂ ਫਿਰ ਤਾਂ ਇਸ ਟਾਈਮ ਤੇ ਸੱਚਾ ਗਿਆਨ ਸਭ ਤੋਂ ਜ਼ਿਆਦਾ ਪਤਾ ਕਿੱਥੇ ਐਗਜ਼ਿਸਟ ਕਰਦਾ ਹੈ? www.google.com। ਤੇ ਕੱਲ ਨੂੰ ਤੁਸੀਂ ਗੂਗਲ ਲਿਖ ਕੇ ਉਦੋਂ ਮੱਥਾ ਟੇਕ ਕੇ ਕਹੋਗੇ ਬਈ ਵਾਹ 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 ਗਿਆਨ ਦਾ ਭੰਡਾਰਾ ਆ ਗਿਆ। ਤੇ ਇਦਾਂ ਨਹੀਂ ਸੱਚਾ ਗਿਆਨ ਪ੍ਰਾਪਤ ਹੁੰਦਾ ਪਿਆਰਿਆ। ਇਹਦੇ ਬਾਬਤ ਵੀ ਆਪਾਂ ਗੱਲ ਕਰਾਂਗੇ, ਲੇਕਿਨ ਪਹਿਲਾਂ ਮੇਰਾ ਜਿਹੜਾ ਮੇਜਰ ਕੁਐਸਚਨ ਤੈਨੂੰ ਹੈ ਉਹ ਹੁਣ ਇਹ ਆ ਕਿ ਜਦੋਂ ਤੂੰ ਕਹਿੰਦਾ ਆ ਤੇ ਸੱਚਾ ਗਿਆਨ ਤੇ ਕੁਦਰਤ ਦੇ ਨਿਯਮ, ਤੇ ਇੱਕ ਗੱਲ ਦੱਸ, ਯੂਨੀਵਰਸਲ ਫੋਰਸਿਸ 4 ਨੇ। ਸਟਰੋਂਗ ਨਿਊਕਲੀਅਰ ਫੋਰਸ, ਦੂਜੀ ਕਿਹੜੀ ਆ? ਵੀਕ ਨਿਊਕਲੀਅਰ ਫੋਰਸ, ਗ੍ਰੈਵਿਟੇਸ਼ਨਲ ਫੋਰਸ ਤੇ ਇਲੈਕਟ੍ਰੋਮੈਗਨੈਟਿਕ ਫੋਰਸ। ਇਸੇ ਪ੍ਰਕਾਰ એનર્ਜੀ ਦੀ ਗੱਲ ਕਰ ਲਈਏ, એનર્ਜੀ ਇੱਕ ਪੋਟੈਂਸ਼ੀਅਲ એનર્ਜੀ ਹੁੰਦੀ ਹੈ, ਕਾਈਨੈਟਿਕ ਹੁੰਦੀ ਹੈ। ਉਹਨੂੰ ਸਬ ਕੈਟਾਗਰੀਜ਼ ਵਿੱਚ ਡਿਵਾਈਡ ਕਰਦੇ ਤਾਂ ਮੈਕੈਨੀਕਲ એનર્ਜੀ, ਕੈਮੀਕਲ એનર્ਜੀ, ਮੈਗਨੈਟਿਕ એનર્ਜੀ, ਥਰਮਲ એનર્ਜੀ, ਨਿਊਕਲੀਅਰ એનર્ਜੀ, ਤੇ ਇਸੇ ਪ੍ਰਕਾਰ ਹੋਰ ਵੀ ਕਈ ਫਾਰਮਸ ਆਫ એનર્ਜੀ ਨੇ। ਫਿਰ ਤੂੰ ਜੇ ਅੱਗੇ ਚੱਲ, ਕੁਦਰਤ ਦੇ ਨਿਯਮ, ਭਾਵ ਲਾਜ਼ ਆਫ ਨੇਚਰ, ਹੈ ਨਾ। ਕੁਦਰਤ ਕੀ ਹੈ? ਨੇਚਰ ਆ। ਨਿਯਮ ਕੀ ਹੁੰਦੇ ਨੇ? ਲਾਜ਼, ਰੂਲਸ। ਤੇ ਕਿਹੜੇ ਲਾਅ ਦੀ ਤੂੰ ਗੱਲ ਕਰਦਾ ਪਿਆ ਆ? ਲਾਜ਼ ਆਫ ਮੋਸ਼ਨ, ਲਾਅ ਆਫ ਇਨਰਸ਼ੀਆ, ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਲਾਅ ਆਫ ਕੰਜ਼ਰਵੇਸ਼ਨ ਆਫ એનર્ਜੀ, ਜਾਂ ਕਿਹੜੇ ਲਾਜ਼ ਦੀ ਗੱਲ ਕਰਦਾ? ਆਰਕੀਮਿਡੀਜ਼ ਦੇ ਪ੍ਰਿੰਸੀਪਲ ਦੀ ਗੱਲ ਕਰ ਰਹੇ, ਬੋਇੰਸੀ ਬਾਰੇ ਗੱਲ ਕਰਦਾ ਪਿਆ ਆ। ਤੇ ਇਹ ਤਾਂ ਫਿਜ਼ਿਕਸ ਦੇ ਹੋ ਗਏ। ਇਹੀ ਤਾਂ ਕੁਦਰਤ ਦੇ ਨਿਯਮ ਨੇ ਨਾ। ਗ੍ਰੈਵਿਟੇਸ਼ਨਲ ਹੈ, ਕੁਦਰਤ ਦੇ ਨਿਯਮ ਆ ਕਿ ਜਿਹੜੀ ਚੀਜ਼ ਉੱਤੇ ਸੁੱਟੋਗੇ ਥੱਲੇ ਆ ਜੂਗੀ। ਇਸੇ ਪ੍ਰਕਾਰ ਡੱਬੇ ਵਿੱਚ ਪਾਣੀ ਪਿਆ ਆ, ਉਹਦੇ ਵਿੱਚ ਤੁਸੀਂ ਹੱਥ ਪਾਓਗੇ ਤੇ ਪਾਣੀ ਬਾਹਰ ਆ ਜਾਊਗਾ। ਇਹ ਕੁਦਰਤ ਦਾ ਨਿਯਮ ਹੈ। ਤੇ ਇਹ ਨਿਯਮ ਗੁਰਬਾਣੀ ਸਾਨੂੰ ਸਿਖਾਉਂਦੀ ਪਈ ਹੈ। ਤੂੰ ਕਿਵੇਂ ਇਨ ਸਾਰਿਆਂ ਨੂੰ ਬਰਾਬਰ ਕਰਦਾ ਪਿਆ ਹੈ? ਨਾ ਤੂੰ ਸਕੂਲ ਵਿੱਚ ਪੜ੍ਹਾਈ ਕੀਤੀ ਹੈ, ਨਾ ਤੂੰ ਗੁਰਮਤਿ ਦੀ ਪੜ੍ਹਾਈ ਕੀਤੀ ਹੈ। ਤੂੰ ਐਵੇਂ ਹੀ ਸਿਰ ਪੈਰ ਦੀਆਂ ਗੱਲਾਂ ਮਾਰਦਾ ਪਿਆ। ਬਸ ਇੰਨੀ ਜੀ ਗੱਲ ਆ। ਦੇਖੋ ਹੁਣ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਇਹਦੇ 4 ਪਾਰਟਸ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਦੇਖੋ ਸਤਿਗੁਰ ਜੀ ਜਿਹੜੇ ਹੈਗੇ ਨੇ ਨਾ, ਇਹ ਵਾਹਿਗੁਰੂ ਜੀ ਦੇ ਨਾਲ ਅਭੇਦ ਨੇ। ਵਾਹਿਗੁਰੂ ਜੀ ਅਕਾਲ ਪੁਰਖ ਜੀ ਮਹਾਰਾਜ ਸਭ ਮੈਂ ਰਹਿਆ ਸਮਾਏ, ਸਰਬ ਵਿਆਪੀ ਨੇ, ਹੈ ਨਾ। ਇਸੇ ਪ੍ਰਕਾਰ ਉਹ ਅਬਿਨਾਸ਼ੀ ਪੁਰਖ ਨੇ। ਉਹ ਵਿਨਾਸ਼ੀ ਨੇ, ਕਦੀ ਵਿਨਾਸ਼ ਨਹੀਂ ਹੁੰਦੇ ਅਕਾਲ ਪੁਰਖ ਮਹਾਰਾਜ ਜੀ, ਕਿਉਂਕਿ ਉਹੀ ਸਾਰੇ ਸੰਸਾਰ ਨੂੰ ਬਣਾਉਣ ਵਾਲੇ ਨੇ, ਅਕਾਲ ਮੂਰਤ ਨੇ, ਹੈ ਨਾ। ਤੇ ਜਗਤ ਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਮਹਾਰਾਜ ਜੀ ਸ੍ਰਿਸ਼ਟੀ ਤੇ ਆਉਂਦੇ ਨੇ ਗੁਰੂ ਜੋਤ ਧਾਰਨ ਕਰਕੇ। ਤੇ ਕਲਯੁਗ ਵਿੱਚ ਸੰਪੂਰਨ ਗੁਰੂ ਜੋਤ, ਸੰਪੂਰਨ ਕਲਾ ਜਿਹੜੀ ਆ ਉਹ ਸਤਿਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਈ ਆ। ਜਿਵੇਂ ਹੁਣ ਬਾਣੀ ਵਿੱਚ ਸਾਨੂੰ ਦੱਸਿਆ ਗਿਆ, ਮਹਾਰਾਜ ਨੇ ਕੀ ਕਿਹਾ? ਕਹਿੰਦੇ ਜਦ ਅਕਾਲ ਪੁਰਖ ਨੇ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਆਉਣਾ ਸੀਗਾ ਕਲਯੁਗ ਵਿੱਚ, ਤਾਂ ਕਿਵੇਂ ਆਏ? ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਕਿ ਜੋਤੀ ਸਰੂਪ ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸ੍ਰਿਸ਼ਟੀ ਤੇ ਆ ਕੇ ਕੀ ਅਖਵਾਣਾ ਕੀਤਾ? ਨਾਨਕ ਕਹਾਇਓ, ਆਪਣੇ ਆਪ ਨੂੰ ਨਾਨਕ ਅਖਵਾਣਾ ਕੀਤਾ ਕਿ ਹੁਣ ਤੋਂ ਆਪਾਂ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਜਾਣੇ ਜਾਵਾਂਗੇ। ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਣਾ ਕੀਤਾ। ਤੇ ਜਦ ਮਤਲਬ ਉਸ ਵੇਲੇ ਉਸ ਸਰੀਰ ਵਿੱਚ ਜਦ ਨਹੀਂ ਸੀਗੇ, ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਸੀਗੇ, ਅਕਾਲ ਪੁਰਖ ਜੀ ਨਾਲ ਅਭੇਦ ਸੀਗੇ। ਜਦ ਸ੍ਰਿਸ਼ਟੀ ਤੇ ਆਏ ਤਾਂ ਕੁਛ ਨਾ ਕੁਛ ਤਾਂ ਨਾਮ ਰੱਖਿਆ ਜਾਣਾ ਸੀਗਾ, ਤੇ ਨਾਮ ਰੱਖਿਆ ਗਿਆ ਨਾਨਕ, ਹੈ ਨਾ। ਫਿਰ ਉਸ ਤੋਂ ਬਾਅਦ ਜੋਤ ਅੱਗੇ ਟ੍ਰਾਂਸਫਰ ਹੋਈ ਆ, ਤੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹ ਕਾਇਆ ਪਲਟੀ ਗਈ ਤੇ ਕੀ ਹੋਇਆ? ਉਹ ਜੋਤ ਗੁਰੂ ਨਾਨਕ ਦੇਵ ਜੀ ਵਾਲੀ ਗੁਰੂ ਅੰਗਦ ਦੇਵ ਜੀ ਵਿੱਚ ਰੱਖੀ ਗਈ। ਇਸੇ ਪ੍ਰਕਾਰ ਸ਼੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਜਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਸਾਧੂ ਸੰਤਾਂ ਨੇ ਲਖ ਲਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਸਾਰੇ ਇੱਕੋ ਹੀ ਜੋਤ ਨੇ, ਪਰ ਜਿਹੜੇ ਮੂਰਖ ਮੂੜ ਸੀਗੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਲੱਗੀ। ਤੇ ਸਮਝ ਜਾਓ ਕਿਹਦੀ
ਗੱਲ ਹੋ ਰਹੀ ਹੈ। ਹੋਰ ਅੱਗੇ ਪ੍ਰਸੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੱਕ ਉਹੀ ਜੋਤ ਵਰਤੀ ਗਈ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੁਗ ਜੁਗ ਅਟਲ ਸਥਾਪਿਤ ਕਰ ਦਿੱਤੀ ਤੇ ਉਹ ਹੁਣ ਸਦੀਵ ਸਾਡੇ ਨਾਲ ਬਾਣੀ ਗੁਰੂ, ਗੁਰੂ ਹੈ ਬਾਣੀ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੋਥੀ ਪਰਮੇਸ਼ਰ ਕੇ ਥਾਨ ਦੇ ਰੂਪ ਵਿੱਚ ਸਾਡੇ ਨਾਲ ਸਦੀਵ ਰਹੇਗੀ। ਇਹ ਕਦੀ ਵੀ ਨਹੀਂ ਜਾਏਗੀ, ਨਾ ਆਵੇ ਨਾ ਜਾਏ। ਹੁਣ ਸਮਝੋ ਨਾ ਆਵੇ ਨਾ ਜਾਏ ਦਾ ਕੀ ਅਰਥ ਆ? ਗੁਰੂ ਨਾਨਕ ਦੇਵ ਜੀ ਜਨਮ ਮਰਨ ਵਿੱਚ ਨਹੀਂ ਆਏ ਇਸ ਸ੍ਰਿਸ਼ਟੀ ਤੇ, ਉਹਨਾਂ ਦਾ ਪ੍ਰਕਾਸ਼ ਹੋਇਆ ਸੀ, ਉਹਨਾਂ ਦਾ ਜਨਮ ਨਹੀਂ ਹੋਇਆ। ਦੇਖੋ ਨਾ ਆਵੇ ਨਾ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਣ ਜਾਣਗੇ ਵੀ ਨਹੀਂ, ਉਹ ਵੀ ਸਥਿਰ ਰਹਿਣਗੇ ਸਦੀਵ ਸਾਡੇ ਨਾਲ, ਹੈ ਨਾ। ਤੇ ਨਾ ਆਵੇ ਨਾ ਜਾਏ ਦਾ ਇੱਕ ਹੋਰ ਅਰਥ ਸਮਝੋ ਕਿ ਜਿਵੇਂ ਆਪਾਂ ਕਹਿੰਦੇ ਨਾ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਜਨ ਪਰਉਪਕਾਰੀ ਕੌਣ ਸੀਗੇ? ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਇਸ ਸ੍ਰਿਸ਼ਟੀ ਤੇ, ਜਨ ਪਰਉਪਕਾਰੀ ਆਏ ਕਿਸ ਵਾਸਤੇ? ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਵਾਹਿਗੁਰੂ ਜੀ ਨਾਲ ਜੋੜਨ ਵਾਸਤੇ ਗੁਰੂ ਨਾਨਕ ਦੇਵ ਜੀ ਆਏ ਸੀਗੇ, ਲੇਕਿਨ ਉਹਨਾਂ ਦਾ ਆਉਣਾ ਕਿੱਦਾਂ ਵੱਖਰਾ ਸੀਗਾ ਸੰਸਾਰ ਨਾਲ। ਇਹ ਕਹਿ ਰਹੇ ਆ ਨਾ ਕਿ ਸਾਡੇ ਵਰਗੇ ਹੀ ਸੀਗੇ, ਅਸੀਂ ਤਾਂ ਸਾਰੇ ਜਨਮ ਮਰਨ ਵਿੱਚ ਆ ਰਹੇ ਹਾਂ ਇੱਥੇ, ਤੇ ਗੁਰੂ ਨਾਨਕ ਦੇਵ ਜੀ ਕਿਵੇਂ ਆਏ ਸੀ? ਇਹ ਜਨਮ ਮਰਨ ਦੋਹੋਂ ਮੈਂ ਨਾਹੀ। ਉਹ ਜਨਮ ਮਰਨ ਤੋਂ ਰਹਿਤ ਹੋ ਕੇ, ਭਾਵ ਜੂਨੀਆਂ ਤੋਂ ਰਹਿਤ ਹੋ ਕੇ, ਭਾਵ ਕਰਮ ਬੱਧ ਤੋਂ ਰਹਿਤ ਹੋ ਕੇ ਆਪਾਂ ਸਾਰੇ ਆਪਣੇ ਮਾੜੇ ਕਰਮਾਂ ਦੇ ਅਨੁਸਾਰ, ਆਪਣੇ ਚੰਗੇ ਕਰਮਾਂ ਅਨੁਸਾਰ, ਦੁੱਖ ਸੁੱਖ ਦੇ ਅਨੁਸਾਰ ਇੱਥੇ ਭੋਗਣ ਆਉਂਦੇ ਆ, ਉਹਨਾਂ ਨੂੰ ਕਰਮਾਂ ਨੂੰ ਕਲੀਅਰ ਕਰਨ ਆਉਂਦੇ ਆ। ਗੁਰੂ ਸਾਹਿਬ ਕਰਮ ਰਹਿਤ ਹੋ ਕੇ ਸਵੈ ਆਪਣੇ ਆਪ ਪ੍ਰਕਾਸ਼ਮਾਨ ਇੱਥੇ ਹੋਏ ਆ। ਤਾਂ ਹੀ ਤਾਂ ਆਪਾਂ ਕਹਿੰਦੇ ਆ ਸਤਿਗੁਰੂ ਨਾਨਕ ਪ੍ਰਗਟਿਆ। ਜਨਮ ਨਹੀਂ ਕਹਿੰਦੇ ਆਪਾਂ ਪ੍ਰਕਾਸ਼ ਪੁਰਬ ਕਹਿੰਦੇ ਆ। ਜਨਮ ਦਿਨ ਇਸ ਕਰਕੇ ਨਹੀਂ ਕਹਿੰਦੇ ਕਿਉਂਕਿ ਸਤਿਗੁਰੂ ਮਹਾਰਾਜ ਜਨਮਦੇ ਨਹੀਂ ਨੇ, ਕਿਉਂਕਿ ਜਿਸ ਚੀਜ਼ ਦਾ ਜਨਮ ਹੁੰਦਾ ਉਹਦਾ ਮ੍ਰਿਤ ਵੀ ਹੁੰਦਾ ਆ, ਤੇ ਮਹਾਰਾਜ ਜਨਮ ਮਰਨ ਦੋਹੋਂ ਮੈਂ ਨਹੀਂ ਹੈ। ਜਿਹਨਾਂ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਸਪਸ਼ਟ ਕਰਕੇ ਸਾਨੂੰ ਦੱਸਿਆ ਆ ਕਿ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਉਹ ਤਾਂ ਆਪ ਮੁਕਤ ਨੇ, ਉਹ ਤਾਂ ਮੁਕਤ ਹੋ ਕੇ ਇੱਥੇ ਆਏ ਨੇ ਤੇ ਸੰਸਾਰ ਨੂੰ ਮੁਕਤੀ ਦਾ ਦਾਨ ਦੇਣ ਵਾਸਤੇ, ਨਾਮ ਦਾਨ ਦੇਣ ਵਾਸਤੇ ਇੱਥੇ ਆਏ ਨੇ। ਤੇ ਉਸ ਕੀ ਕਰਨਾ ਚਾਹੀਦਾ? ਤਿਸ ਜਨ ਕੋ ਸਦਾ ਨਮਸਕਾਰ, ਉਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ ਹੈ। ਤੇ ਇਹ ਕੀ ਕਰਦੇ ਨੇ? ਸਟੇਜਾਂ ਤੇ ਬਹਿ ਕੇ ਕਹਿੰਦੇ ਨੇ ਬਾਬੇ ਨਾਨਕ ਸਾਡੇ ਵਰਗੇ ਸੀਗੇ, ਗੁਰੂ ਗੋਬਿੰਦ ਸਿੰਘ ਜੀ ਤਾਂ ਸਾਡੇ ਵਰਗੇ ਸੀ, ਆਪਾਂ ਉਹਨਾਂ ਨੂੰ ਬਣਾਤਾ ਜਿਵੇਂ ਕੋਈ ਦੇਵੀ ਦੇਵਤੇ ਸੀਗੇ। ਦੇਵੀ ਦੇਵਤੇ ਤਾਂ ਉਹਨਾਂ ਅੱਗੇ ਕੁਝ ਵੀ ਨਹੀਂ ਹੈਗੇ। ਮਹਾਰਾਜ ਕਹਿੰਦੇ ਨੇ ਗੁਰ ਜੈਸਾ ਨਾ ਹੀ ਕੋ ਦੇਵ, ਗੁਰੂ ਸਾਹਿਬ ਵਰਗਾ ਤਾਂ ਕੋਈ ਦੇਵਤਾ ਵੀ ਨਹੀਂ ਆ, ਕੋਈ ਦੇਵਤਾ ਨਹੀਂ ਹੈ। ਤੇ ਈਵਨ ਮੈਂ ਤਾਂ ਕਹਿੰਦਾ ਕਿ ਬਾਣੀ ਤੁਸੀਂ ਧਿਆਨ ਨਾਲ ਪੜੋ ਤੇ ਦੇਵਤੇ ਤਾਂ ਗੁਰਸਿੱਖਾਂ ਦੇ ਚਰਨ ਦੀ ਧੂੜ ਮੰਗਦੇ ਨੇ। ਕਿਵੇਂ? ਮਹਾਰਾਜ ਕਹਿੰਦੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ, ਅੰਤ ਫਸੈ ਜਮ ਫਾਸ ਪਰੈਂਗੇ। ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਦੇਵੀ ਦੇਵਤਾ ਤਾਂ ਇਹਨਾਂ ਨੇ ਅੰਤ ਕਾਲ ਦੀ ਫਾਸੀ ਵਿੱਚ ਫਸਣਾ ਆ। ਤੇ ਜੇ ਨਰ ਸ਼੍ਰੀਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਤਰੈਂਗੇ। ਕਿ ਜਿਹੜੇ ਨਰ, ਜਿਹੜੇ ਗੁਰਸਿੱਖ ਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਫੜ ਲੈਂਦੇ ਨੇ, ਨਾਮ ਨੂੰ ਫੜ ਲੈਂਦੇ ਨੇ, ਉਹ ਫੇਰ ਨਾ ਦੇਹ ਤਰੈਂਗੇ। ਉਹ ਫੇਰ ਆ ਕੇ ਜਨਮ ਮਰਨ ਦੇ ਗੇੜ ਵਿੱਚ ਭਟਕ ਕੇ ਇੱਥੇ ਦੇਹ ਧਰਨ ਵਾਸਤੇ ਨਹੀਂ ਆਉਂਦੇ। ਫਿਰ ਉਹ ਗੁਰਮੁਖ ਆਵੇ ਜਾਏ ਨਿਸੰਗ, ਉਹ ਫਿਰ ਆ ਜਾ ਸਕਦੇ ਆ ਆਪਣੇ ਮਰਜ਼ੀ ਅਨੁਸਾਰ, ਸਵੈ ਇੱਛਾ ਅਨੁਸਾਰ, ਕਿਸੇ ਕਰਮਬੱਧ ਹੋ ਕੇ ਨਹੀਂ ਆਉਣਗੇ। ਉਹ ਉੱਥੇ ਜਮਾ ਦਾ ਦੰਡ ਖਾਂਦੇ ਹੋਏ ਨਹੀਂ ਆਉਣਗੇ, ਉਹ ਆਪਣੀ ਮਰਜ਼ੀ ਅਨੁਸਾਰ ਆਉਣਗੇ ਜੇ ਉਹ ਆਉਣਾ ਚਾਹੁੰਦੇ ਆ। ਐਂਡ ਇਟਸ ਪੋਸੀਬਲ। ਸੋ ਆਪਾਂ ਗੱਲ ਕਰ ਰਹੇ ਸੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ। ਸੋ ਮਹਾਰਾਜ ਜੀ ਬਾਰੇ, ਗੁਰੂ ਅਮਰਦਾਸ ਜੀ ਬਾਰੇ ਇੱਦਾਂ ਲਿਖਿਆ ਆ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਕਿ ਆਪ ਨਾਰਾਇਣ ਵਾਹਿਗੁਰੂ ਜੀ ਜਦ ਸ੍ਰਿਸ਼ਟੀ ਉਧਾਰ ਵਾਸਤੇ ਆਉਣਾ ਸੀਗਾ ਉਹਨਾਂ ਨੇ, ਤੇ ਉਹਨਾਂ ਨੇ ਕੀ ਕੀਤਾ? ਕਲਾਧਾਰ, ਉਹਨਾਂ ਨੇ ਕਲਾ ਧਾਰੀ, ਸ਼ਕਤੀ ਧਾਰੀ, ਔਰ ਪੂਰੀ ਸ਼ਕਤੀ ਇਸ ਵਾਰੀ ਧਾਰਨ ਕੀਤੀ। ਤੇ ਇਸ ਤੋਂ ਪਹਿਲਾਂ ਜਦ ਮਹਾਰਾਜ ਆਉਂਦੇ ਸੀਗੇ ਤੇ ਆਪਣੀ ਸਰਵ ਸ੍ਰੇਸ਼ਟ ਸ਼ਕਤੀ ਵਿੱਚੋਂ ਕੁਝ ਸ਼ਕਤੀ ਦਾ ਅੰਸ਼, ਕੁਝ ਜੋਤ ਦਾ ਅੰਸ਼ ਦੇ ਕੇ ਅਵਤਾਰਾਂ ਨੂੰ ਭੇਜਦੇ ਸੀਗੇ ਕਿਸੇ ਕਰਮ ਨਿਮਿਤ, ਕਿਸੇ ਖਾਸ ਕਾਰਜ ਨਿਮਿਤ। ਤੇ ਇਸ ਵਾਰੀ ਜਦ ਸਾਰਾ ਹੀ ਸੰਸਾਰ ਹੀ ਆਵਾਈ ਉਤਿਆ ਸੀਗਾ ਤੇ ਮਹਾਰਾਜ ਜੀ ਨੇ ਸੰਪੂਰਨ ਸ਼ਕਤੀ ਸਮਰੱਥ ਕਲਾ ਨਾਲ ਗੁਰੂ ਨਾਨਕ ਦੇਵ ਜੀ ਬਣ ਕੇ ਸ੍ਰਿਸ਼ਟੀ ਤੇ ਆਉਣਾ ਕੀਤਾ। ਤੇ ਗੁਰੂ ਅਮਰਦਾਸ ਜੀ ਬਾਰੇ ਲਿਖਿਆ ਆ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਗ ਵਿੱਚ ਪ੍ਰਵੇਸ਼ ਕੀਤਾ ਕਿੱਦਾਂ? ਕਲਾ ਧਾਰ ਕੇ। ਤੇ ਉਹ ਫਾਰਮੂਲਾ ਕੀ ਅਪਣਾਇਆ? ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿ ਨਿਰੰਕਾਰ ਵਾਹਿਗੁਰੂ ਜੀ ਨੇ ਆਕਾਰ ਬਣਾ ਲਿਆ, ਸਰੀਰ ਵਿੱਚ ਆਪਣੀ ਜੋਤ ਟਿਕਾ ਦਿੱਤੀ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਿ ਜਗ ਦੇ ਮੰਡਲ ਵਿੱਚ ਜੋਤ, ਆਪਣੀ ਸੰਪੂਰਨ ਜੋਤ ਨੂੰ ਇੱਕ ਆਕਾਰ ਵਿੱਚ, ਸਰੀਰ ਵਿੱਚ ਟਿਕਾ ਕੇ ਸ੍ਰਿਸ਼ਟੀ ਦਾ ਉਧਾਰ ਕਰਨਾ ਕੀਤਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਇੱਕ ਬਾਬਾ ਅਕਾਲ ਰੂਪ। ਇੱਕ ਬਾਬਾ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਅਕਾਲ ਦਾ ਹੀ ਰੂਪ ਨੇ। ਤੇ ਇਹਨੂੰ ਹੋਰ ਮੈਂ ਸਪਸ਼ਟ ਕਰਨ ਵਾਸਤੇ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਆ। ਵਨ ਭਾਈ ਨੰਦ ਲਾਲ ਜੀ ਵਰ ਇਨ ਅ ਕਨਵਰਸੇਸ਼ਨ ਵਿਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਾਂ ਉਹਨਾਂ ਨੇ ਪੁੱਛਣਾ ਕੀਤਾ ਕਿ ਮਹਾਰਾਜ ਆਪ ਜੀ ਦੇ ਦਰਸ਼ਨ ਕਿੱਦਾਂ ਕੀਤੇ ਜਾਣ?
ਜਦ ਤੁਸੀਂ ਚੱਲ ਜਾਣਾ ਇੱਥੋਂ ਮਹਾਰਾਜ ਤੇ ਆਪਾਂ ਤੁਹਾਡੇ ਦਰਸ਼ਨ ਕਿੱਦਾਂ ਕਰੀਏ। ਤੇ ਗੁਰੂ ਸਾਹਿਬ ਜੀ ਨੇ ਕਿਹਾ तीन रूप है मोहे के सुनहो नंद चितलाए निर्गुण सरगुण गुर शब्द कहो तहो समझाए कि साढ़े तीन स्वरूप ने। देखो हुण ध्यान नाल सुना, गुरु गोबिंद सिंह जी कह रहे हैं कि साढ़े तीन स्वरूप ने, निर्गुण सरगुण गुर शब्द। एक साडा निर्गुण स्वरूप आ, एक साडा सरगुण स्वरूप आ, एक साडा गुर शब्द स्वरूप आ। पहला जिहड़ा निर्गुण स्वरूप आ वो पार ब्रह्म परमेश्वर जी नाल अभेद आ, वो गुर परमेश्वर जोत जिहड़ी सतगुरु जोत आ वो अभेद है वाहिगुरू जी नाल। ਤੇ ਉਹਦੇ ਬਾਰੇ ਮਹਾਰਾਜ ਨੇ ਕਿਹਾ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਕਿ ਉਹ ਨਿਰੰਕਾਰੀ ਜੋਤ ਸਰੂਪ ਕਰਕੇ ਸਾਰਿਆਂ ਸ੍ਰਿਸ਼ਟੀ ਵਿੱਚ ਜੋ ਗੁਰੂ ਜੋਤੀ ਵਿਆਪਕ ਆ ਪਰਮੇਸ਼ਰ ਦੇ ਰੂਪ ਵਿੱਚ। ਕਿੱਦਾਂ ਮਹਾਰਾਜ ਨੇ ਕਿਹਾ ਏਕ ਰੂਪ ਤਿਹੁ ਗੁਣ ਤੇ ਪਰੇ। ਜਿਹਨੂੰ ਇਹ ਗਲਤ ਅਰਥ ਕਰਦਾ ਸੀਗਾ ਨਾ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ, है ना, वो कौन ने? वो गुरु गोबिंद सिंह जी महाराज जी ने। किवें? देखो एक रूप तिहो गुण ते परे। महाराज कहते हैं साडा एक रूप है जिहड़ा तिन्ना गुणा तो परे आ, रजो तमो सतो तिन्ना माया दे गुणों ते परे आ। ਉਹਦੇ ਬਾਰੇ ਕੀ ਕਹਿੰਦੇ ਨੇ? ਨੇਤ ਨੇਤ ਜਿਹੇ ਨਿਗਮ ਉਚਰੇ, ਜਿਨ੍ਹਾਂ ਬਾਰੇ ਵੇਦਾਂ ਵਿੱਚ ਲਿਖਿਆ ਆ ਕਿ ਨੇਤੀ ਨੇਤੀ, ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਸ ਤੋਂ ਵੀ ਅੱਗੇ ਹੈ, ਇਸ ਤੋਂ ਵੀ ਅੱਗੇ ਆ। ਫਿਰ ਕਹਿੰਦੇ ਨੇ ਘਟ ਘਟ ਵਿਆਪਕ ਅੰਤਰਜਾਮੀ। ਉਹ ਸਾਡਾ ਜਿਹੜਾ ਰੂਪ ਆ ਨਾ ਉਹ ਘਟ ਘਟ ਵਿਆਪਕ ਆ, ਹਰ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਵਿੱਚ ਉਹ ਵਸਦਾ ਆ ਤੇ ਅੰਤਰਜਾਮੀ ਹੈ। ਉਹਨੂੰ ਸਭ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ। ਜੇ ਵਾਹਿਗੁਰੂ ਜੀ ਸਭ ਕੁਝ ਜਾਣਦੇ ਨੇ ਤੇ ਗੁਰੂ ਸਾਹਿਬ ਵੀ ਸਭ ਕੁਝ ਜਾਣਦੇ ਨੇ, ਕਿਉਂਕਿ ਵਾਹਿਗੁਰੂ ਤੇ ਗੁਰੂ ਸਾਹਿਬ ਅਭੇਦ ਆ, ਹੈ ਨਾ। ਪੂਰ ਰਹਿਓ ਜਿਉਂ ਜਲ ਘਟ ਪਾਣੀ, ਸਾਰੇ ਸ੍ਰਿਸ਼ਟੀ ਵਿੱਚ ਪੂਰ ਰਹੇ ਨੇ। ਸੋ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੱਸ ਰਹੇ ਨੇ ਇਹ ਸਾਡਾ ਨਿਰਗੁਣ ਰੂਪ ਹੈ, ਅਕਾਲ ਪੁਰਖ ਵਾਲਾ ਰੂਪ ਜਿਹੜਾ ਆ ਜੋਤ ਰੂਪ ਹਰ ਆਪ, ਜਿਹੜਾ ਸਾਡਾ ਜੋਤੀ ਸਰੂਪ ਦਿਵ ਜੋਤੀ ਸਰੂਪ ਆ, ਜਿਹੜਾ ਆਪ ਗੁਰੂ ਨਾਨਕ ਕਹਾਇਓ, ਜਿਹੜਾ ਗੁਰੂ ਨਾਨਕ ਕਹਾਇਆ ਆ ਇੱਥੇ ਆ ਕੇ, ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਾ ਰਿਹਾ ਆ, ਤੇ ਅੱਗੇ ਜਾ ਕੇ ਬਾਣੀ ਵਿੱਚ ਵਿਰਾਜਮਾਨ ਜਿਹਨੇ ਹੋ ਜਾਣਾ ਆ ਗੁਰ ਸ਼ਬਦ ਦੇ ਰੂਪ ਵਿੱਚ। समझ लग रही है? फिर महाराज कहते हैं दूसरा रूप ग्रंथ जी जानो। साढ़े दूसरा रूप जड़ा आ वो ग्रंथ जी ने, गुरु ग्रंथ साहिब जी महाराज। ਤੇ ਤੀਸਰਾ ਰੂਪ ਕਿਹੜਾ ਆ? ਤੀਸਰਾ ਰੂਪ ਸਿੱਖ ਹੈ ਮੋਰ ਗੁਰਬਾਣੀ ਰਤ ਜਿਹ ਨਿਸਭੋਰ। ਸਾਡੇ ਸਿੱਖ ਵੀ ਸਾਡਾ ਰੂਪ ਨੇ, ਜਿਹੜੇ ਦਿਨ ਰਾਤ ਅੱਠੇ ਪਹਿਰ ਹਰ ਹਰ ਜਨ ਦੋਏ ਏਕ ਹੈ, ਹਰ ਜਨ ਹਰ ਅੰਤਰ ਨਹੀਂ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜਿਨਾ ਨਾ ਵਿਸਰੈ ਨਾਮ ਸੇ ਕਿਨਹਿ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹ ਆ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਣਾ ਕੀਤਾ ਆ। If you enjoyed our video, please like, comment and subscribe. Don't forget to press the bell icon. Thank you. ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।